ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਈ। ਮੰਗਲ ਨਾਰੀ ਗਾਵੇ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ। ਹਉ ਤਨ ਬਲਿਹਾਰੈ ਜਿਨ ਹਰ ਮਨ ਬਸਾਏ। ਹਰ ਜਨ ਕੋ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ। ਰਹਾਉ ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਵਸੈ ਮਨ ਆਏ। ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮਿਲੈ ਮੇਲ ਮਲਾਏ। ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਘਰ ਵਾਸਾ ਹਰ ਗੁਣ ਗਾਏ। ਰੰਗ ਚਲੂਲੇ ਹਰ ਰਸ ਭਾਏ, ਇਹ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਜੋ ਸਚ ਰਾਤੇ ਤਿਨ ਬਹੁੜ ਨਾ ਫੇਰਾ, ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਬੜਭਾਗੀ ਸਤ ਸੰਗੀ ਪਿਆਰਿਓ, ਗੁਰਬਾਣੀ ਵਿਚਾਰ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਪ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਧੂੜਾਂ ਦੀ ਕਿਣਕੇ ਦੇ ਵਿੱਚੋਂ ਕਿਣਕਾ ਬਣ ਕੇ ਆਪਣੀ ਜ਼ਿੰਦਗੀ ਦਾ ਸੱਚਾ ਨਾਮ ਧਨ ਦਾ ਲਾਹਾ ਖੱਟਦੇ ਹੋਂ ਬੜਭਾਗੇ ਹਾਂ। ਆਓ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਆਪਸ ਵਿੱਚ ਰਲ ਮਿਲ ਕੇ ਪਾਈਏ। ਗੁਰਮਤਿ ਵਿਚਾਰਾਂ ਦੀਆਂ ਆਪਸ ਵਿੱਚ ਸਾਂਝਾਂ ਪਾਉਣ ਤੋਂ ਪਹਿਲਾਂ ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ। ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਜੋ ਰਹਾਉ ਦਾ ਬੰਦ ਹੈ। ਉਹ ਆਪ ਸੰਗਤ ਨੂੰ ਪਤਾ ਵੀ ਰਹਾਉ ਦਾ ਬੰਦ ਆ ਜਿਹੜਾ ਉਹ ਕੇਂਦਰ ਹੁੰਦਾ, ਸੈਂਟਰ, ਪੂਰਾ ਨਿਚੋੜ ਰਸ ਉਹਦੇ ਵਿੱਚ ਸਮਾਇਆ ਹੁੰਦਾ। ਤੇ ਹੁਣ ਰਹਾਉ ਦੇ ਬੰਦ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀ ਕਿਹਾ? ਹਉ ਤਨ ਬਲਿਹਾਰੈ ਜਿਨ ਹਰ ਮਨ ਵਸਾਏ। ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਕਿਹਨਾਂ ਤੋਂ? ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਗੁਰਮਤਿ ਨੂੰ ਵਸਾ ਲਿਆ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਿਆ, ਗੁਰੂ ਦੀ ਮੱਤ ਅਨੁਸਾਰ ਜ਼ਿੰਦਗੀ ਦਾ ਹਰ ਇੱਕ ਪੜਾਅ ਸੋਹਣਾ ਜ਼ਿੰਦਗੀ ਦਾ ਪੱਖ ਬਣਾਉਣ ਦੇ ਲਈ ਸੁਚੱਜਾ ਬਣਾ ਲਿਆ। ਹਰ ਇੱਕ ਜ਼ਿੰਦਗੀ ਦਾ ਪੜਾਅ ਸੁਚੱਜੇ ਢੰਗ ਦੇ ਨਾਲ ਬਣਾ ਲਿਆ। ਮੈਂ ਉਹਨਾਂ ਤੋਂ, ਗੁਰੂ ਸਾਹਿਬ ਜੀ ਕਹਿੰਦੇ ਨਾ, ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਹਉ ਕੁਰਬਾਨੀ
ਜਾਉ ਤਿੰਨਾ ਗੁਰ ਸਿੱਖਾਂ। ਉਹਨਾਂ ਗੁਰਸਿੱਖਾਂ ਤੋਂ ਹਉ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ਭਾਈ। ਪਤਾ ਲੱਗ ਗਿਆ ਉਹ ਗੁਰਸਿੱਖ ਕੌਣ ਨੇ, ਜੋ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਦੇ ਆ। ਕਿਉਂਕਿ ਬੜੇ ਆ ਗੁਰਸਿੱਖਾਂ ਦੀ ਕੋਈ ਕਮੀ ਨਹੀਂ, ਪਰ ਅਸਲ ਦੇ ਵਿੱਚ ਗੁਰਸਿੱਖ ਵਿਦਿਆਰਥੀ ਉਹੀ ਕਹਾ ਸਕਦਾ ਜਿਹੜਾ ਗੁਰੂ ਦੀ ਮੱਤ ਨੂੰ ਪ੍ਰਾਪਤ ਕਰੇ। ਜੀ ਗੁਰਸਿੱਖ ਤਾਂ ਬਹੁਤ ਆ, ਕੋਈ ਕਮੀ ਨਹੀਂ ਕਿਤੇ ਵੀ ਹੈ। ਇੱਥੇ ਜੇਕਰ ਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਗੁਰੂ ਦੇ ਸਿੱਖ ਨੇ। ਸਿੱਖ ਬਹੁਤ ਆ। ਹਉ ਤਿੰਨ ਬਲਿਹਾਰੈ ਜਿਨ ਹਰ ਮਨ ਵਸਾਏ। ਮੈਂ ਉਹਨਾਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਉਸ ਮਾਲਕ ਪਰਮਾਤਮਾ ਨੂੰ ਆਪਣੇ ਅੰਦਰ ਵਸਾ ਲਿਆ। ਫਿਰ ਕੀ ਕਿਹਾ, ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਈ। ਰਹਾਉ ਉਹ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਵਾਲੇ ਲੋਕ ਧੰਨਤਾ ਦੇ ਯੋਗ ਨੇ। ਪਰਮਾਤਮਾ ਦੀ ਯਾਦ ਨੂੰ ਆਪਣੇ ਸੀਨੇ 'ਚ ਵਸਾਉਣਾ, ਅੰਦਰ ਵਸਾਉਣਾ, ਹਿਰਦੇ 'ਚ ਵਸਾਉਣਾ, ਰੱਬੀ ਯਾਦ ਨੂੰ। ਰੱਬੀ ਯਾਦ ਨੂੰ ਹਿਰਦੇ 'ਚ ਵਸਾਉਣ ਦੇ ਨਾਲ ਕੀ ਹੋਣਾ। ਫਿਰ ਦੂਜੀ ਪੰਕਤੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਹਿ ਦਿੱਤਾ, ਕਹਿੰਦੇ ਹਰ ਜਨ ਕੋ ਮਿਲਿਆ। ਕਹਿੰਦੇ ਇੱਕ ਤਾਂ ਗੁਰੂ ਨੂੰ ਤੇ ਗੁਰੂ ਦੇ ਪਿਆਰਿਆਂ ਨੂੰ ਮਿਲਿਆ, ਸਾਡੀ ਮੱਤ ਸੁਮੱਤ 'ਚ ਤਬਦੀਲ ਹੋ ਜਾਂਦੀ ਆ। ਜਿਹੜੀ ਕੁਮੱਤ ਆ ਉਹ ਮੱਤ 'ਚ ਤਬਦੀਲ ਹੋ ਜਾਂਦੀ ਆ। ਮਤਲਬ ਇਉਂ ਕਹਿ ਲਓ ਵੀ ਗੁਰੂ ਪਿਆਰਿਆਂ ਨੂੰ ਮਿਲਿਆ, ਗੁਰੂ ਨੂੰ ਮਿਲਿਆ, ਆਪਣੀ ਜ਼ਿੰਦਗੀ ਤਬਦੀਲ ਹੋ ਜਾਂਦੀ ਆ, ਬਦਲ ਜਾਂਦੀ ਆ। ਪਹਿਲਾਂ ਰਾਖਸ਼ ਬੁੱਧੀ ਸੀ, ਹੁਣ ਦੇਵਤਾ ਬੁੱਧੀ ਬਣ ਗਈ। ਪਹਿਲਾਂ ਸਾਡੀ ਜ਼ਿੰਦਗੀ ਦੇ ਵਿੱਚ ਔਂਕੜਾਂ ਸਨ, ਹੁਣ ਔਂਕੜਾਂ ਖਤਮ ਹੋ ਗਈਆਂ, ਮੁਸ਼ਕਲਾਂ ਦੂਰ ਹੋ ਗਈਆਂ। ਮੁਸ਼ਕਲਾਂ ਦੂਰ ਹੋ ਜਾਣ, ਔਂਕੜਾਂ ਦੂਰ ਹੋ ਜਾਣ ਤਾਂ ਹੁੰਦਾ ਕੀ ਆ, ਸੁੱਖ ਆ ਵੜਦਾ। ਹੁਣ ਜਿਹੜਾ ਸੁੱਖ ਹੈਗਾ ਉਹ ਆਪਾਂ ਨੂੰ ਪਤਾ ਵੀ ਸਾਡੀ ਜ਼ਿੰਦਗੀ 'ਚ ਸਹੂਲਤਾਂ ਨੂੰ ਨਹੀਂ ਕਿਹਾ ਜਾਂਦਾ। ਤਿੰਨ ਸੱਸੇ ਸਾਡੇ ਨਾਲ ਜੁੜਦੇ ਨੇ, ਸੱਸਾ ਸਹੂਲਤ, ਸੱਸਾ ਸਾਧਨ ਤੇ ਸੱਸਾ ਸ਼ਾਂਤੀ। ਫਿਰ ਮੈਂ ਦੁਬਾਰਾ ਰਿਪੀਟ ਕਰਾਂ, ਸੁੱਖ ਦੇ ਸੰਬੰਧ ਵਿੱਚ ਤਿੰਨ ਸੱਸਿਆਂ ਦਾ ਸਾਡੀ ਜ਼ਿੰਦਗੀ 'ਚ ਮੇਲ ਆ। ਸੁੱਖ ਲੈਣ ਦੇ ਲਈ ਤਿੰਨ ਸੱਸੇ। ਹੁਣ ਉਹ ਤਿੰਨ ਸੱਸਿਆਂ ਦੇ ਵਿੱਚੋਂ ਕਿਹੜੇ ਕਿਹੜੇ ਸਾਡੇ ਕੋਲੇ ਹਨ ਤੇ ਕਿਹੜੇ ਕਿਹੜੇ ਸਾਡੇ ਕੋਲੇ ਨਹੀਂ ਹਨ। ਸੱਸਾ ਸਹੂਲਤ ਤੇ ਸੱਸਾ ਸਾਧਨ। ਪੈਸਾ ਹੈ, ਧਨ ਹੈ, ਸਹੂਲਤ ਵੀ ਹੈ। ਪੈਸਾ ਹੈ, ਧਨ ਹੈ ਤਾਂ ਸਾਧਨ ਵੀ ਹੈ। ਤੇ ਅਗਲੀ ਗੱਲ ਆ ਸ਼ਾਂਤੀ ਦੀ। ਅਗਲੀ ਗੱਲ ਤਾਂ ਸ਼ਾਂਤੀ ਦੀ ਹੈ ਨਾ, ਸਹਿਜ ਦੀ, ਟਿਕਾ ਦੀ। ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਸੁੱਖ ਆ ਉਹ ਲੈਣ ਦੇ ਲਈ ਨਾ ਬੰਦਾ ਸਾਧਨਾ ਦੀ ਵਰਤੋਂ ਕਰਦਾ, ਪਰ ਸਾਧਨਾ ਵਿੱਚ ਸੁੱਖ ਨਹੀਂ ਹਨ। ਬੰਦਾ ਸੁੱਖ ਲੈਣ ਦੇ ਲਈ ਸਹੂਲਤਾਂ ਦੀ ਵਰਤੋਂ ਕਰਦਾ, ਪਰ ਸਹੂਲਤਾਂ ਵਿੱਚ ਸੁੱਖ ਨਹੀਂ ਹੈ। ਮੰਨ ਲਵੋ ਸਹੂਲਤ ਕੀ ਆ, ਗਰਮੀ ਦੇ ਦਿਨ ਏਸੀ ਕਮਰਾ ਗਾ। ਬੰਦੇ ਨੇ ਸੋਚਿਆ ਹੋ ਸਕਦਾ ਵੀ ਆਹ ਸਹੂਲਤ ਬਣਾਉਣ ਦੇ ਨਾਲ ਮੈਨੂੰ ਸੁੱਖ ਮਿਲ ਜੇ, ਪਰ ਮਿਲਿਆ ਨਹੀਂ। ਸਹੂਲਤ ਤਾਂ ਬਣ ਗਈ, ਸਰੀਰ ਨੂੰ ਠੰਡ ਦੇਣ ਦਾ ਸਾਧਨ ਤਾਂ ਬਣ ਗਿਆ ਨਾ, ਪਰ ਸ਼ਾਂਤੀ ਨਹੀਂ ਮਿਲੀ। ਕਮਰਾ ਏਸੀ ਆ, ਏਸੀ ਰੂਮ ਦੇ ਵਿੱਚ ਬੈਠ ਕੇ ਬੰਦਾ ਤਪ ਰਿਹਾ। ਏਸੀ ਰੂਮ ਦੇ ਵਿੱਚ ਬੈਠ ਕੇ ਬੰਦਾ ਅੱਗ ਵਾਂਗੂ ਮੱਚ ਰਿਹਾ ਹੈਗਾ। ਸੋਚੋ ਸੁੱਖ ਮਿਲ ਗਿਆ ਨਾ।
मतलब कहण तो मुराद सुख प्राप्त करन दे लई बंदा सहूलतां नूं ते साधनां नूं पहल दे दिंदा। हुण साधन दा काम की आ, एक जगह तो दूजी जगह ते छड़ देना। वो साधन इदां दा काम करदा, पर वो साधन ते सुख शांति नहीं है। ते सुख ते शांति तां गुरु साहब जी कहंदे दुनिया चों मुੱਲ नहीं मिलदी। दो सस्यां दी वरतों तूं दुनिया चों मुੱਲ कर सकदा, साधनां दी, सहूलतां दी। ये धन दे आसरे आ सारा कुछ, धन दे आसरे आ। पर चित्ता रखी, जे तूं शांति चाहुंदा, गुरु साहब जी कहंदे ने जे शांति चाहुंदा तां शायद इत्थे दुनिया दे धन दी लोड़ नहीं है। दुनियावी तल ते जो आपां धन वरतदे आ ना, इत्थे वो धन दी लोड़ नहीं, इत्थे नाम रूपी धन दी लोड़ आ। शांति लैण दे लई, सहज प्राप्त करन दे लई नाम रूपी धन दी लोड़ है। ते नाम रूपी धन किन्ना कोले आ, वो आपां वेख सकदे आ। नाम रूपी धन किन्ना कोले आ, वो साडे कोले नहीं है। जे नाम रूपी ज्ञान रूपी धन नहीं है साडे कोल, तां असीं शांति कदे भी प्राप्त नहीं कर सकांगे, कदे भी सहज दी अवस्था विच आ नहीं सकांगे, कदे भी असीं आग्याकारी गुरु दे सिख बन के जिंदगी जिउ नहीं सकांगे। ते जदों आग्याकारी वाला गुण साडे विच है नहीं, शांति वाला सहज वाला गुण साडे विच है नहीं, ते फिर चेता रखियो साडी जिंदगी नूं, साडे शरीर नूं मानता कितों नहीं मिलनी, कितों भी प्रवानगी नहीं मिलनी। इत्थे की कहागा, पातशाह जी कहंदे फिर मैं उन्हां तों भाई सदके जांदा हां जिन्हां ने अपने अंदर वाहिगुरू नूं वसा लिया, थां दित्ती आ। ते अग्गों की कहा, वो परमात्मा नूं अंदर वसाउण दे नाल बंदे नूं सुख मिल जांदा। ते सुख किहड़ा मिलदा, जो सुख प्रभ गोबिंद की सेवा सो सुख राजना लही है। जिहड़ा सुख गोबिंद दी, वाहिगुरू दी, परमेश्वर दी सेवा विच जुड़िया मिलदा ना, वो राज भाग चों नहीं मिलदा गा। सो सुख राज ना लही है। ते लिखिया की आ, जो सुख, जिहड़ा आनंद, जिहड़ा स्वाद, जिहड़ी शांति, जो सुख प्रभु गोबिंद की सेवा सो सुख राज ना लही है। वो सुख भाई किसे राज भाग जिहदे कोले है ना, उहनूं भी नहीं मिलदा गा। ते आपां नूं तां मिलने कित्थों आ। फिर तीजे पातशाह ने कहा कि आ, कहंदे फिर उन्हां तों मैं सदके जांदा हां जो प्रभु परमात्मा नूं अपने हिरदे च टिका लैंदे ने ते असली सुख घर विच पहुंच जांदे ने, असली सहज घर विच वो पहुंच जांदे नेगे। फिर की है, पातशाह जी कहंदे हर गुण गावै सहज सुभाए। ते जदों वो गुण गाउंदा ना, परमेश्वर परमात्मा दी वडेई करदा, शोभा उस्तत करदा है, तां वाहिगुरू ध्यान विच रखना, वो बंदा टप्पू टप्पू नहीं करदा, वो भटकना तो रहत हुंदा, उहदी जिंदगी च टका हुंदा, उहदी जिंदगी च सहज हुंदा, उहदी जिंदगी च प्यार हुंदा। फिर पातशाह गुरु नानक तीजे रूप च कहंदे ने, कहंदे मैं उन्हां लोकां तों बलहार जांदा हां। काश कदे साडी जिंदगी भी इदां दी बन जावे, साडी जिंदगी विच भी सहज टका शांति आ जावे, असीं भी गुरु तो ये कहाउंदे हो जाइए भी साडे तो भी गुरु करवाण जांदा है। गुर सिखां अंदर सतगुर वरतै। फिर गुरु दे सिखां अंदर वासा किहदा हुंदा, सच्चे सतगुर दा। गुर सिखां अंदर सतगुर वरतै। फिर गुरु दे निवास दा थां गुरु दे सिख अंदर बन जांदा। रहाओ। फिर अगे गुरु साहब जी जिक्र करते ने, गुरमुख प्रीत जिसनों आपे लाए। गुरमुख जिन्हां दा सुरत करके, ध्यान करके मुख गुरु वल हो गया। गुरमुख प्रीत प्यार, गल प्यार दी चलदी है। जांकै मन गुर की प्रतीत, जिहदे मन विच गुरु प्रथाए प्रतीत है। ते हुण प्रतीत की गल जो करांगे ना, तो उदों आपां नूं लगू भी साडे अंदर भी प्रतीत हैगी है, विश्वास
पर ध्यान विच रखना पवेगा साडा विश्वास तां केवल गुरु दी दहलीज दे अंदर अंदर ही आ। जदों गुरु कोलों पासे हो गए ना विश्वास खत्म आ। जां कै मन गुर की प्रतीत तिस जन आवे हर प्रभ चीत, ओही जन ओही बंदा हरि नूं चेते कर सकदा, परमात्मा नूं। तिनी चेते सब ही करते फिरदे, राम राम सब को कहे, कहे राम ना होए। राम राम सब ही कहते फिरदे, पर कहिया कहण दे नाल राम दी प्राप्ति नहीं हो सकती। सारी गुण गैन कर रहे ने बड़े बड़े संतां दे, महंतां दे, लीडरां दे आपां बोल रहे हैं ना, पर चेता रखियो हर एक दे कहण नाल उन्हां नूं कोई फर्क नहीं पैंदा, कोई वर्क नहीं पैंदा गा। इवें जिवें हर एक कोई बंदा राम राम कवे, वाहिगुरू वाहिगुरू कवे, तो वह परमात्मा की सेहत ते कोई असर नहीं, पर उन्होंने उही चंगा लगदा जिहड़ा सच्चा प्रीतमान है, जिहदे अंदर कुछ थोड़ी बहुती दीवे दी लो बल पई। पहला बुझे दीवा सी ना, हुण दीवे दी लो बल पई। जिन्हां ने अपनी हिरदे दी चिमनी तो काल खलाती, उन्होंने चरण प्राप्त कर लिया। जिन्हां ने अपने हिरदे की चिमनी तो काल खला दी, मन की मैल उतार दी। क्योंकि कुछ समा पिछे निगाह मारेगी ना, साडे घरां दे विच लालटैन ते चलदा चलदा वो अंदरों धुएं दे नाल काला हो जांदा सीसा उहदा, ते फिर आपां नूं पता भी वो लालटैन दा सीसा कुछ टाइम बाद साफ करना पैंदा। जे साफ ना किया जाए तो चानण बाहर होणों हट जाता, अंदर बत्ती चल रही होंदी आ। मन मुख का यह सुभाग आ भी उहदे अंदर बत्ती तो चल रही है, जोत तो चल रही है, पर उन्हें अपनी चिमनी नूं साफ नहीं किया। गुरमुख आ जिहड़ा वो रोज़ अपने मन रूपी चिमनी नूं, अंदर रूपी चिमनी नूं साफ कर लैंदा, ते गुरु तो मिली हुई जोत दे द्वारा वो दुनिया विच भले दे कारज करदा, दुनिया दे विच चंगे कारज करने आरंभ कर दिंदा। फिर पातशाह जी कहंदे जिसनों आपे लाए, तित घर बलाबल गुर शब्द सुहाए। तित घर उस घर दे विच, बलाबल, बलाबल तो भाव की है खुशी आनंद, ते जिहड़ा पराग शुरू किया हुआ ना, ये राग का नाम बलाबल राग हैगा। ते बलाबल तो भाव हुंदा खुशी आनंद खेड़ा, अंदर दा खड़ाओ, नानक भगतां सदा वगास, वगास वाली बिरती, अंदर दी खिड़ी हुई बिरती। हुण गुरु साहब जी कहंदे ना, कहंदे उन्हां दे घर विच फिर बलाबल खुशी चल पैंदी है भाई। किन्हां दे घर च गुर शब्द सुहाए, जिहड़े गुरु नाल इक मिक हो जांदे ने। सो शायद आपां यही विचार कल भी कीती सी भी गुरु दे नाल इक मिक होना, गुरु दे नाल असीं मिलना, गुरु दे विच समाउणा गा। किवें समाया जावेगा? फिर आपां नूं गुरदेव पातशाह ने कि सतगुर की जिसनों मत आवे। गुरु दे विच कौन लीन हुंदा? जिहड़े गुरु दी मत अपना लैंदे ने। ते मत अपनाउणा की आ? गुरमुख बनना, गुरु वल मूँह करना। मत अपनाउणा ही नहीं भी नमस्कार कीती ते मत मिल गई ना, गुरु दी मत लैण दे लई कई साल बीत जांदे ने। गुरु दा ज्ञान इकत्तर करन दे लई कई साल बतीत हो जांदे ने, गुरु दी मत लैण दे लई। पहली तो पंजवीं तक एक टीचर दी मत लैंदे आ 5-6 साल बतीत हो गए, 5-6 साल है ना। ते जे आपां 10वीं 12वीं तक दा अंकड़ा कढ के वेखीए ना, 12 सालां दे विच सानू मत आई नहीं। ते जिन्ने लड़के लड़कियां दे पैर तिलकदे आ, वो 10वीं 11वीं 12वीं च तिलकदे ने, मत तो हीणे आ। अपने टीचर दी चंगी सिक्ख्या नूं ग्रहण नहीं कर सकेगी। शायद साडी भी स्थिति है, जिहड़ी साडा भी जिहड़ा जीवन आ वो इदां दा ही आ, 11वीं 12वीं वाले बच्चों वर्गा। असीं भी डावां डोल आ, साडा मन भी है जिहड़ा अडोल नहीं है, डोल रहा, कदे उस कोने कदे उस कोने। हुण गुरु साहब जी कहंदे असल दे विच ओही मनुख ही अपने अंदर उस परमात्मा दे नाल लिव ध्यान जोड़ सकदा जो गुरु दी मत नूं ग्रहण करे।
सतगुर की जिसनो मत आवे सो सतगुर माहे समाना। वो गुरु दे विच लीन हो जाता है। जिन्हां ने मत नूं लै लिया, मत मत्था टेकण नाल नहीं मिलदी, मत रुपये देण नाल लैण नाल नहीं मिलदी, मत आ जिहड़ी ओह लंगर पानी लाउण करके नहीं मिलदी। मत आ जिहड़ी ओह मेहनत करके मिलदी आ गुरु तो। मत रूपी मां मरी हुई आ, वो मत रूपी मां दे विच सवास आ ने, जिहड़े साह ने वो ज्ञान दे पैणे ने, परमात्मा दे नाम रस दे पैणे ने। वो परमात्मा दे नाम रस दे ज्ञान रूपी सवासां ने साडी मत रूपी मां नूं जिउंदे करना। ते जदों जिउंदी होगी फिर असीं बाहरी तौर ते भटकना तो खत्म हो जावांगे। जिन्हां दे मापे अंग संग आ ना बच्चों दे, ते उन्हां बच्चों नूं कोई डर नहीं हुंदा, फिकर नहीं हुंदा गा। इवें जिवें जदों साडे पल्ले साडे गुरु वल्लों बख्शिश कीती हुई मत रूपी मां होई ते सानूं भी कोई खतरा नहीं होवेगा। फिर ताइयों वाहिगुरू जी ने लिखिया, मंगल नारी गावे आई, मिल प्रीतम सदा सुख पाए। मिल प्रीतम गुरु नूं मिल के सदा सुख पाए, सदा ही, कदे कदे नहीं, सदा सुख। तो आपां पहलां गल कर लई भी साडी जिंदगी नाल कुछ इदां दे साधन जुड़े ने। सस्सा साधन, सस्सा सहूलत, सस्सा शांति। हुण सस्सा साधन ते सस्सा सहूलत ये तां पैसे ते खड़ी आ। एक देश नूं दूजा देश हराउंदा जितदा तां पैसे करके आ। एक बंदा दूजे भरा नूं मार रहा, वढ़ रहा गा, कादे करके आ? पैसे करके आ, धन करके आ ना। पर गुरबाणी दे विच ओह बाहरी तौर ते धन नूं मानता नहीं दित्ती गई। हाँ, मानता दित्ती है, ओह साडे गुजारे लई आ, माया गुजरान। छेवें पातशाह ने भी अपने इतिहासक स्रोतां दे विच गल कही है ना, माया गुजरान है, औरत ईमान है, औरत जिहड़ी अमान, माया गुजरान, पुत्र निशान है। ते मन्निया की आ वो आपां वेखणा गा भी माया नूं गुजरान मन्निया कुछ होर मन्निया गा। वो निगाह आपां मार लैणी, चलो आपां इधर बहुता नहीं जाना। फिर गुरमत दे अनुसार गुरु नानक साहब दी बाणी दे मत दे अनुसार इत्थे अध्यात्मक तल ते माया इकत्तर करन दी गल कीती आ। वो किहड़ी माया? वो माया तो हर कोई बन जाएगा। गुणा दी माया, रब्बी नाम जस करना, जस सुनना, वडियाई करनी, वडियाई दे पात्र बनना, ये सच्ची माया। ये माया करके साडा जीवन जिहड़ा बदलना। ते बाणी विच लिखिया भी पंजवें पातशाह ने, से तनवंत भागठ सच नाई। हुण ते गुरु साहब कहंदे ने से तनवंत, ओ लोक मेरी निगाह च, पंजवें पातशाह कहंदे ना ओ लोक मेरी निगाह च बहुत बड़े धनी ने भाई। कौन? से तनवंत, धनवंत, धन दे मालक ने। से तनवंत भागठ, उन्हां दे भाग भी चंगे ने, वो भागशाली लोक ने। से तनवंत भागठ सच नाए, किहड़े? जिहड़ी अगली तोका उहदे बल ध्यान देना पऊगा। ये नहीं कहा जिन्हां ने 2 नंबर इहदा ना दौलत इकट्ठा कीता वो धनता देगा ना, ब्लैक कीती है, नशे कीते, नशे बेचे ना। मान लो भी अपनी जिंदगी विच किरत तो भगौड़े ने, वो धनी ने ना। माड़े काम करन वाले, माड़ा वेखण वाले, उन्हां दीयां जेबां नोटां नाल भरीआं होईआं ने। साडा समाज भी कहंदा, असीं भी कहने बाबे ने गीजे च हत्थ पाया, पता नहीं कित्थों नोट निकलिआ। कहंदे गीजा भरे दा भरिआ, मुकदा ही नहीं कदे। सानूं तां पता नहीं भाई, इस ते गल जाणदे आ। साडी मत थोड़ी है ना, मैं बौरा मेरा राम पतार, मैं तो बौला हाँ, मैं तो कामला हाँ। साडी मत थोड़ी आ, सारे मनो भी साडी मत थोड़ी आ, पर इन्ना क जरूर पता 10वें पातशाह दा खजाना भी मुक गया सी। पता सानू पता ना भी 10वें पातशाह दा खजाना मुक गया सी। फिर तां इहदा मतलब जे बाबे दे गीजे चों पैसे नहीं मुकदे ना, ते बाबा 10वें पातशाह नूं वड्डा, फिर तां मनना पऊगा।
पता ना आपां नूं फिर कदे खजाना आउंदा ते फिर गुरु साहब ने तनखाहां दिहाड़ी जो मजदूरी मेहनत करन वाले सारिਆਂ ਨੂੰ खुश कीता भी लो भाई तुसीं किन्ने टाइम दे अटके हुए हो, पैसे बिना नहीं सरना, लो। समझदे ना इस गल नूं? भाव इशारा की आ भी जे 10वें पातशाह दा दुनियावी खजाना मुक सकदा ते बाबे दा खजाना क्यों नहीं मुकदा? ते बाबे दे पिछे कोई होर हत्थ ना होवे, देख लो किते। अच्छा, जिन्ने ये गीजियां च हत्थ पाउण वाले हुंदे ने, हुंदे फौजी ने सारे। ये पिछे डिटेल चक के देख लो, मास्टर, डॉक्टर, इंजीनियर, वकील, जज कोई नहीं हुंदा। आउंदे कित्थों ने? ये जी फौज चों रिटायर करते सी, उन्हां दी सुरत रब नाल जुड़न लग गई, तां फौजियां ने भेजते। फिर फौजियां दी सुरत क्यों जुड़दी है? फिर होरां दी क्यों नहीं जुड़दी? फिर तां रब वितकरा करदा। देखना पऊ ना, फिर तां रब भी वितकरा करदा। फिर टीचरां दी सुरत क्यों नहीं जुड़दी? वकील दी, जज दी सुरत क्यों नहीं जुड़दी? वो इहो जिहे काम क्यों नहीं करदा गा? सोचना कदे कदे आपां नूं ना इस गल ते ध्यान देना पैना। चलो, कहण तो भाव साडी दुनिया दे विच साडी अख कह सकदी है भी फलाना बंदा बहुत धनी है, जिहदे कोल 20 किले 30 किले 100 किला, वो धनी आ भाई। पंजवें पातशाह कहंदे पुੱਤ मैनूं पुੱਛ धनी कौन आ? पुੱਛ लैने आपां, चलो आपां नूं की हर्ज है ना। सच्चे पातशाह पर तू दस दे भी धनी कौन आ तेरी निगाह च? गुरु साहब ने दस दिता, कहंदे से धनवंत भागठ सच नाए। ते अगे की लिखिया गा, हर गुण गावैं सहज सुभाए। जिहड़े सज्जन हरि परमात्मा दे गुण गायन करदे ने ते थकदे नहीं। गुण गाउंदे भी आ, बद्धा चट्टी नहीं, थकदे भी नहीं ते अकदे भी नहीं। उन्हां दा मन परेशान भी नहीं हुंदा भी उन्हां गा गा के पढ़ पढ़ के अक गया ना, सुन सुन के अक गया ना, अके भी नहीं, थके भी नहीं, परेशान नहीं होएगे। उन्हां दा जिंदगी दा विशा की हैगा? हर गुण गावैं सहज सुभाए। वो सहज दी अडोलता दी अवस्था विच रहिंदे होइआं रब नूं ध्यान च रखदे आ। आ लोक धनी ने, ये लोग भाई बहुत धनी ने, इन्हां नूं धनी कहा गुरु नानक साहब ने। ते जे असीं पुੱਛ के असीं तां कह दांगे फलाना साडे पिंड च, सारे पिंड चों अमीर आ। गुरु नानक साहब कहंदे बड़े तुरे फिरदे इहो जिहे बड़े बड़े जो दिसै लोग, ते इन्हां नूं बीमारी की हुंदी आ? तिन को व्यापै चिंता रोग, इन्हां नूं तां बीमारी आ। कौन वड्डा? माया वड्डियाई। बंदा नहीं वड्डा, बंदा माया करके वड्डा। असल दे विच सो वड्डा ओ वड्डा गा जिन राम ने बुलाई। इत्थे भगत रविदास वड्डा, ना कि उस टाइम दा मौके दा कोई राजा। उन्हां नूं वड्डा नहीं लिखिया, वड्डा भगत रविदास नूं कहा, कबीर साहब नूं कहा, उन्हां नूं वड्डे कहा गा। चलो समझ गए होवोगे तुसीं सारे भी गुरु साहब कहना की चाहुंदे ने। गुरु साहब कहंदे असल दे विच मेरा जिंदगी दा नाता पंजवें पातशाह कहंदे ओहदे नाल जुड़दा जिहड़ा हरि परमात्मा दे गुण गाउंदा गाउंदा धनी बन जावे। ते जिहड़ा हरि परमात्मा दे गुण गाउंदा गाउंदा धनी बन गया ना, ओहदा फिर लोक भी सफल हो जांदा ते परलोक भी सफल हो जांदा। लोक ते परलोक सफल हो गए। फिर गुरु साहब जी कहंदे प्यो दादे का खोल डिठा खजाना। असीं तां छेड़े ही नहीं कदे। अच्छा मन लो, जिहड़े बंदे नूं खजाना मिल गया किसी भी तरह का, ते वो खजाने नूं छेड़े ना, ते आपां ही कहांगे धन दौलत मिल गई, जमीन मिल गई, वाही नहीं, बीजी नहीं, कुछ नहीं कीता, धन दौलत मिल गया, वरत्या नहीं, जिवें पिया ते पिया, ते आपां ही कहांगे पागल ही आ। अपनी कहावत है, कमला ही आ। जमीन वाधू पई है, बहुंदा नहीं है। घर विच बड़ियां होर सहूलतां ने, उन्हां तों कम नहीं लै रिहा हैगा। साधन बड़े ने, कम नहीं लै रिहा हैगा। असल दे विच मानता किहनूं मिली आ? जिहड़ा मनुख अपनी जिंदगी दे विच कुछ वरतदा नहीं, उहनूं नहीं। जिहने अपनी जिंदगी च गुरु तो गुण प्राप्त करके कुछ वरत्या। आपां उदाहरण लै रहे सी, जिहदे कोले मान लो भी कड़ाहा उदाहरण एक रुपईयां दा मिल गया, सोने दा मिल गया, ते वरत्या नहीं, वो निकम्मा निकम्मा ही मन्निया जाऊगा। कहंदे ना एक पिंड आ, कहंदे उस पिंड दे चौराहे च कोई साधु रहिंदा हैगा। वैसे इस गल दे विचों आपां सिੱਖਣਾ कुछ ते इहनूं
बिल्कुल क्लीयर मनना नहीं है भी गा बिल्कुल गल सच है, साडे समझण वास्ते है गल ये। कहंदे मान लो भी वो बंदे ने अपनी हुण तक दी उम्र लोकां तो मंग के खादा, अपनी कुटिया दे विच बैठा रहिंदा गा ते लोकां तो मंगदा गा। एक दिन ऐसा आया, सब ते कहानी वापरनी आ, वो मर गया ना। पिंड दे लोग इकट्ठे होए, कहंदे चलो कोई ना, देह दा दफनाउणा तो हो ही ना, मचाउणा तो हो ही, इत्थे रुली जाऊगी, चाहे किसी मर्जी पिंड दा कौन आ कौन ना, चाहे जाणदे नहीं, पर एक साडे पिंड विच रहण करके साडे पिंड दा ही नागरिक बन गया, इहनूं दबता दईए ना आपां, कुत्ते कां बिल्ले खा जाणगे इहदी देह नूं। रल मिल के मुंडियां ने, नौजवानां ने, कहंदे ਉਹਦੀ देह ਨੂੰ ਦੱਬਣ ਦੇ ਲਈ ਇੱਥੇ ਦੱਬ ਦੋ ਜਿੱਥੇ ਰਹਿੰਦਾ ਸੀ। ਕਹਿੰਦੇ ਉੱਥੇ ਟੋਆ ਪਟਣਾ ਆਰੰਭ ਕਰ ਦਿੱਤਾ। ਜਦੋਂ ਟੋਆ ਪਟਣਾ ਆਰੰਭ ਕਰ ਦਿੱਤਾ ਨਾ, ਟੋਆ ਪੱਟਿਆ ਤੇ ਵਿੱਚੋਂ ਕਈ ਗਾਗਰਾਂ, ਕਈ ਘੜੇ ਪੈਸਿਆਂ ਦੇ ਨਿਕਲ ਆਏ, ਕਿਉਂਕਿ ਇਹ ਉਹ ਟਾਈਮ ਦੀ ਗੱਲ ਆ ਜਦੋਂ ਬੈਂਕਾਂ ਦੀ ਸਹੂਲਤ ਸਾਡੇ ਕੋਲੇ ਨਹੀਂ ਸੀ ਤੇ ਘਰਾਂ 'ਚ ਟੋਏ ਵਗੈਰਾ ਪੱਟ ਕੇ ਬੰਦਾ ਨਿਸ਼ਾਨੀ ਲਾ ਕੇ ਦਾ ਪੈਸਾ ਟੱਕਾ ਨੱਪ ਦਿੰਦਾ ਸੀ। ਹੁਣ ਕਹਿੰਦੇ ਜਦੋਂ ਟੋਏ ਦੇ ਵਿੱਚੋਂ ਰੁਪਈਏ ਨਿਕਲ ਆਏ ਨਾ, ਤੇ ਹੋਇਆ ਕਿ ਇਹ ਦੇਖਣਾ ਆਪਾਂ ਹੁਣ ਉਹਨਾਂ ਰੁਪਈਆਂ ਦਾ ਬਾਬੇ ਦਾ ਮਰਨ ਤੇ ਹਗਾਮਾ ਕਰਨਾਗਾ, ਬਾਬੇ ਦੀ ਸਮਾਧੀ ਬਣਾਉਣੀ ਆ, ਬਾਬੇ ਦੀ ਸਮਾਧ ਦੇ ਆਸੇ ਪਾਸੇ ਇੱਕ ਦੋ ਚੇਲੇ ਵੀ ਰੱਖਣੇ ਆ। ਇਹ ਲੋਕਾਂ ਦੀ ਭਾਵਨਾ, ਜਿਹੜੇ ਸਿਆਣੇ ਪੁਰਖ ਦਾਨੇ ਪੁਰਖ ਨੇ ਉਹਨਾਂ ਦੀ ਕੀ ਭਾਵਨਾ, ਉਹ ਕੁਝ ਸਿੱਖ ਰਹੇ ਨੇ। ਸਿੱਖਦੇ ਕੀ ਨੇ, ਕਹਿੰਦੇ ਕਮਲੇ ਹੀ ਸੀ, ਜੇ ਮਾੜਾ ਮੋਟਾ ਹਿੰਮਤੀ ਹੁੰਦਾ ਆਪਣੀ ਕੁਟੀਆ ਦੇ ਆਸੇ ਪਾਸੇ ਕੋਈ ਦਰਖਤ ਲਾਉਣ ਦਾ ਬਹਾਨਾ ਬਣਾਉਂਦਾ ਤਾਂ ਸ਼ਾਇਦ ਆ ਰੁਪਈਆਂ ਦੀਆਂ ਗਾਗਰਾਂ ਉਹਨੂੰ ਮਿਲ ਜਾਣੀਆਂ ਸੀ। ਕਦੇ ਮਾੜਾ ਮੋਟਾ ਧਰਤੀ ਨੂੰ ਖੋਦ ਲੈਂਦਾ, ਗੁੱਡ ਲੈਂਦਾ, ਗੁੱਡਦੇ ਨੂੰ ਹੋ ਸਕਦਾ ਇਹ ਗਾਗਰਾਂ ਮਿਲ ਜਾਂਦੀਆਂ, ਪਰ ਨਹੀਂ, ਉਹਦੀ ਆਲਸ ਦੀ ਨਿਸ਼ਾਨੀ ਆਪਣੇ ਹੇਠਾਂ ਪਏ ਪੈਸੇ ਵਰਤ ਨਹੀਂ ਸਕਿਆ, ਲੋਕਾਂ ਤੋਂ ਸਾਰੀ ਉਮਰ ਮੰਗ ਕੇ ਖਾਂਦਾ ਰਿਹਾ। ਆਪਣੇ ਹੇਠਾਂ ਪਏ ਪੈਸੇ ਵਰਤ ਨਹੀਂ ਸਕਿਆਗਾ। ਹਾਂ, ਉਹਨਾਂ ਪੈਸਿਆਂ ਦਾ ਬਾਅਦ ਚ ਹੰਗਾਮਾ ਜ਼ਰੂਰ ਹੋ ਗਿਆ, ਵੱਡੇ ਪੱਧਰ ਤੇ ਲੰਗਰ ਜ਼ਰੂਰ ਲੱਗ ਗਿਆ। ਹੁਣ ਆਜੋ ਆਪਾਂ ਆਪਣੇ ਤੇ। ਇਹ ਗੱਲ ਤਾਂ ਇੱਕ ਉਹਨਾਂ ਦੀ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਕੀਤਾ ਨਹੀਂ, ਆਲਸੀ ਜੀਵਨ ਬਤੀਤ ਕੀਤਾ। ਹੁਣ ਅਗਲੀ ਗੱਲ ਕਿਹਦੀ ਹੈ, ਸਾਡੇ ਕੋਲੇ ਵੀ ਇੱਕ ਪਿਓ ਦਾਦੇ ਦਾ ਖਜ਼ਾਨਾ ਗਾ, ਉਹ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਹੁਣ ਅਸੀਂ ਇਹ ਖਜ਼ਾਨੇ ਦੇ ਇਰਦ ਗਿਰਦ ਬੈਠੇ ਆ, ਇਹ ਖਜ਼ਾਨੇ ਨੂੰ ਅਸੀਂ ਤੱਕ ਹੀ ਨਹੀਂ ਰਹੇਗੇ, ਇਹ ਖਜ਼ਾਨੇ ਵੱਲ ਅਸੀਂ ਤੁਰੇ ਹੀ ਨਹੀਂ ਹਾਂ ਹਜੇ ਤੱਕ। ਇਹ ਖਜ਼ਾਨੇ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਰਤੇ ਹੀ ਨਹੀਂ ਕਦੇ ਹੈਗਾ। ਜਿੱਦੇ ਅਸੀਂ ਚੜ੍ਹਾਈ ਕਰ ਜਾਾਂਗੇ, ਮਰ ਜਾਾਂਗੇ, ਉਹਦੇ ਇਸੇ ਖਜ਼ਾਨੇ ਦੇ ਰਾਹੀਂ ਕਥਾ, ਕੀਰਤਨ, ਅਰਦਾਸ, ਜੋਦੜੀ ਹੋਣੀਆਂ ਤੇ ਉਹਦੇ ਵੱਡੇ ਪੱਧਰ ਤੇ ਮਿੰਨਤਾਂ ਕੀਤੀਆਂ ਜਾਣੀਆਂ, ਤਰਲੇ ਕੀਤੇ ਜਾਣੇ ਆ। ਗੁਰੂ ਸਾਹਿਬ ਕਹਿੰਦੇ, ਚੰਦਰਿਆ ਪਿਓ ਦਾਦੇ ਨੇ ਤੈਨੂੰ ਇਹ ਖਜ਼ਾਨਾ ਕਿੱਦਿਆਂ ਦਿੱਤਾਗਾ? 550 ਸਾਲ ਪਹਿਲਾਂ ਦੇਤਾ, ਸੌਂਪਤਾ, ਤੈਨੂੰ ਚਾਬੀ ਫੜਾਤੀ, ਵਰਤਤਾ ਲੈਂਦਾ ਨਾ। ਫਿਰ ਆਪਾਂ ਪੰਕਤੀ ਪੜ੍ਹੀਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹਨੂੰ ਕਿਹਾਗਾ। ਤੇ ਮੇਰਾ ਕਿ ਬਾਬੇ ਇੱਥੇ ਰੋਟੀਆਂ ਨੂੰ ਭੋਗ ਲਵਾਉਣ ਵੇਲੇ ਕਹੀ ਜਾਂਦੇ ਆ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਉਹ ਰੋਟੀਆਂ ਦੀ ਗੱਲ ਥੋੜੀ ਆ ਉੱਥੇ। ਇਹ ਤਾਂ ਅਸੀਂ ਇਹ ਰੀਤ ਬਣਾ ਲਈ ਵੀ ਇਦਾਂ ਭੋਗ ਲਵਾ ਲਓ, ਐਂ ਕਰ ਲਓ, ਜਾਓ ਕਰ ਲਓ, ਬਾਬੇ ਨੂੰ ਲੱਡੂ ਖਵਾਇਓ, ਜਲੇਬੀਆਂ ਖਵਾਇਓ, ਵਧੀਆ ਮਟਰ ਪਨੀਰ ਦੀ ਸਬਜ਼ੀ ਦਾਲ ਖਵਾਇਓ, ਬਸ ਉਦੋਂ ਬਾਅਦ ਆਪਾਂ ਖਾ ਲਾਂਗੇ। ਬਾਬਾ ਤਾਂ ਖਾਂਦਾ ਨਹੀਂ ਭਾਈ, ਦੱਸ ਦੋ ਜੇ ਖਾਂਦਾ ਤਾਂ। ਪਰ ਬਹਾਨਾ ਬਣਾ ਲਿਆ, ਭੋਗ ਲਾਉਣਾ, ਰੋਟੀ ਖਵਾਉਣੀ, ਵੀ ਭੋਗ ਲਾਵੋ, ਹੁਣ ਰੋਟੀ ਖਵਾਉਣੀ। ਗੁਰੂ ਗ੍ਰੰਥ ਸਾਹਿਬ ਨੂੰ ਭੋਗ ਛਕਦਾ, ਹਾਂ ਪ੍ਰਵਾਨਗੀ ਦਿੰਦਾ, ਉਹ ਪ੍ਰਵਾਨਗੀ ਲੰਗਰ 'ਚ ਖੜ ਕੇ ਮਿਲ ਸਕਦੀ ਆ। ਵਰਤਾਉਣ ਤੋਂ ਪਹਿਲਾਂ ਜਿੱਥੇ ਵਰਤਾਉਣੀ ਆ ਉੱਥੇ ਮਿਲ ਸਕਦੀ ਆ, ਉਹ ਇੱਕ ਅਲੱਗ ਸਬਜੈਕਟ ਹੈਗਾ। ਇੱਥੇ ਗੱਲ ਕੀ ਸੀ, ਖਾਵੈ ਖਰਚੈ, ਇਹ ਖਜ਼ਾਨੇ ਨੂੰ ਤੂੰ ਖਾ, ਖਰਚ, ਵਰਤ, ਇਹ ਮੁੱਕੂ ਨਹੀਂ।
ਤੇ ਗਿਆਨ ਉਹ ਆ ਇਹ ਜਿਹੜਾ ਸੱਚਮੁੱਚ ਕਦੇ ਮੁੱਕਿਆ ਵੀ ਨਹੀਂ ਹੈ ਤੇ ਨਾ ਮੁੱਕੇ, ਨਾ ਮੁੱਕਿਆ ਨਾ ਮੁੱਕੇ, ਇਹ ਉਹ ਗਿਆਨ ਹੈਗਾ। ਫਿਰ ਕਦੇ ਸਾਡਾ ਵੀ ਜੀਵਨ ਉਹ ਭਿਖਾਰੀ ਵਾਲਾ ਨਾ ਹੋਵੇ, ਸਾਰੀ ਉਮਰ ਭਿਖਾਰੀ ਨੇ ਰੁਪਈਆਂ ਦੇ ਘੜਿਆਂ ਤੇ ਬੈਠ ਕੇ ਗੁਜ਼ਾਰ ਦਿੱਤੀ, ਪਰ ਚੇਤਾ ਰੱਖਿਓ ਉਹ ਰੁਪਈਆਂ ਨੂੰ ਵਰਤ ਨਹੀਂ ਸਕਿਆ। ਅਸੀਂ ਵੀ ਆਪਣੀ ਜ਼ਿੰਦਗੀ 'ਚ ਕਿਤੇ ਇੱਦਾਂ ਦਾ ਪੱਖ ਨਾ ਲੈ ਕੇ ਚਲੇ ਜਾਈਏ, ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵਰਤ ਗਈ ਨਾ, ਆਪਾਂ ਨੂੰ ਵਰਤਣਾਗਾ ਤਾਂ ਅਸੀਂ ਧਨੀ ਬਣ ਸਕਦੇ ਹਾਂ। ਸੇ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਇੱਥੇ ਤੀਜੇ ਪਾਤਸ਼ਾਹ ਨੇ ਕਿਹਾ ਸੀ, ਫਿਰ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜੋ ਉਸ ਪਰਮਾਤਮਾ ਵੱਲ ਮੂੰਹ ਕਰ ਲੈਂਦੇ ਨੇ। ਪਰਮਾਤਮਾ ਵੱਲ ਸਰੀਰਕ ਮੂੰਹ ਸਭ ਦਾ ਹੈ, ਪਰ ਜਿਨ੍ਹਾਂ ਨੇ ਸੁਰਤ ਕਰਕੇ ਮੂੰਹ ਕੀਤਾ ਨਾ, ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਆ। ਸਰੀਰ ਕਰਕੇ ਮੂੰਹ ਕਰਨ ਵਾਲਿਆਂ ਦੀ ਜ਼ਿੰਦਗੀ ਨਹੀਂ ਬਦਲਦੀਗੀ। ਸਰੀਰ ਕਰਕੇ ਮੂੰਹ ਕਰਨ ਵਾਲਿਆਂ ਦੇ ਅੰਦਰ ਤਾਂ ਵੱਖੋ ਵੱਖਰੇ ਖਿਆਲ ਹੋਣਗੇ, ਕਿਸੇ ਦਾ ਕੋਈ ਖਿਆਲ ਆ, ਕਿਸੇ ਦਾ ਕੋਈ ਖਿਆਲ ਆ। ਫਿਰ ਅੱਗੇ ਤੀਜੇ ਪਾਤਸ਼ਾਹ ਜ਼ਿਕਰ ਕਰਦੇ ਨੇ, ਪਾਤਸ਼ਾਹ ਜੀ ਕਹਿੰਦੇ ਸਦਾ ਰੰਗ ਰਾਤੇ ਤੇਰੇ ਚਾਏ। ਫਿਰ ਉਹ ਬੰਦੇ ਦੇ ਅੰਦਰ ਨਾ ਚਾਅ ਚੜਿਆ ਹੋਣਾ ਚਾਹੀਦਾ, ਚਾਅ, ਮਜਬੂਰੀ ਨਹੀਂ, ਚਾਅ ਹੋਣਾ ਚਾਹੀਦਾ। ਹੁਣ ਮੰਨ ਲਓ ਇੱਕ ਛੋਟੀ ਜਿਹੀ ਉਦਾਹਰਨ ਲੈ ਲਓ, ਮਜਬੂਰੀ 'ਚ ਸੇਵਾ, ਮਜਬੂਰੀ 'ਚ ਸੇਵਾ ਕੀ ਉਹ ਲੇਖੇ 'ਚ ਹੈ? ਨਾ। ਗਧੇ ਦਾ ਭਾਰ ਚੱਕਣਾ ਸ਼ੌਂਕ ਨਹੀਂ। ਫਿਰ ਮੈਂ ਦੁਬਾਰਾ ਰਿਪੀਟ ਕਰਾਂ, ਗਧੇ ਦਾ ਭਾਰ ਚੱਕਣਾ, ਪਹਾੜੀਆਂ ਵਿੱਚ ਲੈ ਕੇ ਜਾਣਾ, ਉੱਚੇ ਨੀਵੇਂ ਥਾਵਾਂ ਤੇ ਜਾਣਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵਜਨ ਲੈ ਕੇ ਜਾਣਾ। ਹੁਣ ਥੋੜਾ ਜਿਹਾ ਗਧੇ ਨੂੰ ਕਦੇ ਪੁੱਛ ਕੇ ਦੇਖੋ, ਤੇਰਾ ਸ਼ੌਂਕ ਆ? ਜੋ ਬੋਲਦਾ ਹੋਇਆ ਨਾ ਸਿਰ ਮਾਰੂ, ਕਹਿੰਦਾ ਨਾ, ਸ਼ੌਂਕ ਸ਼ੌਂਕ ਕਾਸੇ ਦਾ ਨਹੀਂ। ਫਿਰ ਤੂੰ ਤਾਂ ਭਰਾਵਾ ਬੜੇ ਭਾਗਾਂ ਵਾਲਾ, ਤੂੰ ਤਾਂ ਬੜੀ ਜਨਤਾ ਦੀ ਸੇਵਾ ਕਰਦਾ, ਇੱਕ ਥਾਂ ਤੋਂ ਦੂਜੀ ਥਾਂ ਤੇ ਭਾਰ ਢੋਣਾਗਾ ਲੈ ਕੇ ਜਾਣਾ, ਆਪਾਂ ਵਡਿਆਈ ਕਰਾਂਗੇ ਨਾ ਉਹਦੀ, ਤੇ ਉਹ ਕੀ ਕਹੂਗਾ? ਉਹ ਕੀ ਕਹੂਗਾ? ਇਹ ਮੇਰਾ ਸ਼ੌਂਕ ਨਹੀਂ, ਇਹ ਮੇਰੀ ਦਿਲੋਂ ਸੇਵਾ ਨਹੀਂ ਹੈ, ਇਹ ਮੇਰਾ ਦਿਲੋਂ ਪਿਆਰ ਨਹੀਂ ਹੈ। ਹੋਰ ਕੀ ਆ? ਇਹ ਤਾਂ ਮੇਰੀ ਭਾਰ ਚੱਕਣਾ ਮਜਬੂਰੀ ਆ। ਸਿੱਖਾ ਕਦੇ ਸਾਡੀ ਤਾਂ ਨਹੀਂ ਮਜਬੂਰੀ ਭਾਰ ਚੱਕਣਾ, ਹੈਗੀ ਆ ਨਾ ਮਜਬੂਰੀ। ਸੋਚ ਕੇ ਦੇਖੋ, ਮਰਗ ਵੇਲੇ ਪਾਠ ਕਰਾਉਣਾ ਹੀ ਪਊਗਾ, ਕਿੰਨੇ ਤਕੜਾ ਗੁਰਸਿੱਖ ਹੋਵੇ, ਮਜਬੂਰੀ ਆ ਕਹਿੰਦਾ। ਫਿਰ ਸਾਡੀ ਕੁਆਲਿਟੀ ਕੀ ਬਣ ਗਈ? ਗਧੇ ਦੀ ਵੀ ਮਜਬੂਰੀ ਸੀ ਭਾਰ ਚੱਕਣਾ, ਮਜਬੂਰੀ ਸੀ ਨਾ। ਅਖੰਡ ਪਾਠ ਕਰਾਉਣਾ ਮਜਬੂਰੀ ਬਣ ਗਈ, ਕਿੱਥੇ ਤਾਂ ਕਰਨਾ, ਕਿੱਥੇ ਕਰਾਉਣਾ, ਫਰਕ ਪੈ ਗਿਆ ਨਾ। ਮਜਬੂਰੀ ਬਣ ਗਈ ਕਰਾਉਣਾ। ਨਿਗਾਹ ਫਿਰ ਵੱਧ ਰੱਖਦੇ ਅਸੀਂ, ਕਿੰਨੇ ਪੰਨੇ, ਕਿੰਨੇ ਘੰਟੇ ਜੇ ਪੜ੍ਹੇ ਨੇ, ਪੜ੍ਹੇ ਕੋਈ ਨਾ ਪੜ੍ਹੇ, ਫਿਰ ਤੁਹਾਨੂੰ ਕੀ ਇਹੀ ਕਹਿਣ, ਦੇਸੀ ਭਾਸ਼ਾ ਇਹੀ ਕਹਿਣਾ ਪੂਣਾ ਵੀ ਜੋ ਸੁਣਨਾ ਅਸੀਂ ਨਹੀਂ, ਸੁਣਾਉਣਾ ਅਸੀਂ ਨਹੀਂ, ਸਮਝਣਾ ਅਸੀਂ ਨਹੀਂ, ਵਰਤਣਾ ਅਸੀਂ ਨਹੀਂ। ਫਿਰ ਸਾਡਾ ਜੀਵਨ ਤਾਂ, ਮੇਰਾ ਜੀਵਨ ਤਾਂ ਮੈਂ ਕਹਾਂਗਾ, ਮੇਰਾ ਜੀਵਨ ਤਾਂ ਫਿਰ ਗਧੇ ਵਰਗਾ ਭਾਈ, ਕੋਈ ਫਰਕ ਨਹੀਂ ਪੈਂਦਾ। ਭਾਵੇਂ 2 ਗੱਟੇ ਲੱਦਣ ਦੀ ਬਜਾਏ 4 ਲੱਦ ਦੋ, 4 ਲੱਦਣ ਦੀ ਬਜਾਏ 8 ਲੱਦ ਦੋ। ਉਹ ਕਹਿੰਦਾ ਜਦੋਂ ਤੁਰ ਹੀ ਪਿਆ ਨਾ, ਮਜਬੂਰੀ ਬਣ ਗਈ ਜਦੋਂ, ਕਹਿੰਦਾ ਹੁਣ ਤਾਂ ਜਿੰਨਾ ਮਰਜ਼ੀ ਵਜਨ ਲੱਦ ਦੇ, ਕੋਈ ਚੱਕਰ ਨਹੀਂ ਗਾ। ਜੇ ਸ਼ੌਂਕ ਆ ਨਾ, ਪਿਆਰ ਆ, ਉੱਥੇ ਗੱਲ ਕੁਛ ਹੋਰ ਹੁੰਦੀ ਆ, ਪਿਆਰ ਦੇ ਵਿੱਚ। ਬਸ ਇੱਥੇ ਤੀਜੇ ਪਾਤਸ਼ਾਹ ਨੇ ਦੱਸਿਆ, ਕਿਤੇ ਗੁਰਬਾਣੀ ਪੜ੍ਹਨਾ ਨਾ ਮਜਬੂਰੀ ਨਾ ਬਣਾ ਲਈ, ਸਤ ਸੰਗਤ ਕਰਨਾ ਨਾ ਮਜਬੂਰੀ ਨਾ ਬਣਾ ਲਈ ਕਦੇ, ਤੇ ਕਦੇ ਸੇਵਾ ਕਰਨੀ ਨਾ ਮਜਬੂਰੀ ਨਾ ਬਣਾ ਲਈ। ਇਹ ਨਾ ਕਹਿੰਦੀ ਮੈਂ ਤਾਂ ਮਜਬੂਰ ਹਾਂ ਤਾਂ ਸੇਵਾ ਕਰਦਾ। ਤੇ ਸ਼ਾਇਦ ਅੱਜ ਦੀ ਕਹਾਣੀ, ਅੱਜ ਦੀ ਸਥਿਤੀ ਜਿਹੜੀ ਹੈ ਉਹ ਇਹੀ ਆ, ਗਧੇ ਵਾਲੀ ਆ। ਦੇਖੋ ਮਾਫ ਕਰਨਾ, ਮੇਰਾ ਕੋਈ ਆਪਸ ਵਿੱਚ ਇਦਾਂ ਦਾ ਪੱਖ ਨਹੀਂ ਹੈ ਵੀ ਆਪਾਂ ਜਾਣ ਬੁੱਝ ਕੇ ਗੱਲ ਕਰਦੇ। ਤਾਂ ਗੁਰੂ ਸਾਹਿਬ ਨੇ ਸਾਨੂੰ ਕਹਿ ਦਿੱਤਾ ਇੱਥੇ ਵੀ ਦੇਖ ਲਾ, ਮਜਬੂਰੀ ਤਾਂ ਨਹੀਂ ਹੈ ਤੇਰੀ। ਹੁਣ ਤੀਜੇ ਪਾਤਸ਼ਾਹ ਬੁੜਾ ਹੋਇਆ ਪਿਆਗਾ, ਗੁਰੂ ਨਾਨਕ ਦੇ ਘਰ 'ਚ ਭੱਜ ਭੱਜ ਸੇਵਾ ਕਰਦਾ, ਭੱਜ ਭੱਜ ਸੇਵਾ ਉਹ ਕਰਦਾ ਜਿਹੜੀ ਲੇਖੇ 'ਚ ਪੈ ਜੇ। ਕਈ ਵਾਰ ਬੰਦਾ ਕੰਮ ਘੱਟ ਕਰਦਾ ਹੁੰਦਾ, ਭੱਜਦਾ ਵੱਧ ਹੁੰਦਾ, ਉਹ ਵੀ ਲੇਖੇ 'ਚ ਨਹੀਂ ਆਉਂਦਾਗਾ। ਆਪਣੇ ਘਰਾਂ ਦੇ ਹਾਲਾਤ ਵੀ ਇਦਾਂ ਦੇ ਹੁੰਦੇ ਆ। ਤੇ ਕਈ ਵਾਰ ਬੰਦਾ ਟਕਾ 'ਚ ਹੀ ਤੁਰਿਆ ਫਿਰਦਾ, ਟਕਾ ਦੇ ਵਿੱਚ ਹੀ, ਤੇ ਕੰਮ ਨੂੰ ਹੂੰਝੇ ਮਾਰ ਦਿੰਦਾਗਾ। ਆਪਣੀ ਆਮ ਹੀ ਕਹਾਵਤ ਆ, ਕੰਮ ਹੱਥਾਂ ਪੈਰਾਂ ਨਾਲ ਹੀ ਲਾ ਲੈਂਦਾਗਾ, ਪਤਾ ਹੀ ਲੱਗਦਾਗਾ। 10 ਬੰਦਿਆਂ ਦਾ ਇਕੱਲੇ ਹੀ ਕੰਮ ਕਰ ਜਾਂਦਾ, ਸ਼ੌਂਕ। ਤੇ ਤੀਜੇ ਪਾਤਸ਼ਾਹ ਦੀ ਮਜਬੂਰੀ, 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ, 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ, 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ ਨੇ ਮੰਜੇ ਤੇ। 60 ਸਾਲ ਦੀ ਉਮਰ ਆ, ਬੈਠਣ ਦੇ ਦਿਨ
ਤੇ ਗੁਰੂ ਨਾਨਕ ਸਾਹਿਬ ਦੇ ਪ੍ਰਥਾ ਹੈ ਨਾ, ਭਾਈ ਗੁਰਦਾਸ ਨੇ ਲਿਖਿਆਗਾ, ਕਰਤਾਰਪੁਰ ਦੇ ਵਿੱਚ ਬਾਬੇ ਨਾਨਕ ਨੇ 50 ਸਾਲ ਤੋਂ ਉੱਪਰ, ਮਤਲਬ 60 ਸਾਲ ਦੇ ਇਰਦ ਗਿਰਦ ਜਾ ਕੇ ਨਾ, ਆਸੇ ਪਾਸੇ ਜਾ ਕੇ ਮੰਜੀ ਬੈਠ ਕੀਆ ਉਤਾਰਾ, ਮੰਜੀ ਤੇ ਬਹਿ ਗਿਆ ਸੀ ਬਾਬਾ ਨਾਨਕ। ਹੁਣ ਤਾਂ ਭਾਈ ਜੀ ਨੂੰ ਲੋੜ ਆ ਨਾ, ਇੱਥੇ ਮੇਰੇ ਕੋਲ ਆ ਜਾਓ, ਕਰਤਾਰਪੁਰ ਸਾਹਿਬ ਪਹੁੰਚ ਜਾਓ, ਆ ਜਾਓ। ਤੇ ਸੰਗਤ ਬੜੀ ਜਾਂਦੀ ਸੀਗੀ, ਦਿਨ ਰਾਤ ਜਾਂਦੀ ਸੀਗੀ। ਮੰਜੀ ਬੈਠ ਕੀਆ ਉਤਾਰਾ, ਮੰਜੀ ਤੋਂ ਭਾਵ ਕੀ ਆ, ਇੱਕ ਥਾਂ ਤੇ ਬੈਠਣਾ, ਟਿਕ ਜਾਣਾ, ਇੱਕ ਥਾਂ ਤੇ ਬੈਠ ਕੇ ਸੱਚ ਦਾ ਪ੍ਰਚਾਰ ਕਰਨਾ। ਤੀਜੇ ਪਾਤਸ਼ਾਹ ਵੀ ਇਹ ਕੰਮ ਕਰ ਸਕਦੇ ਸੀ, ਇੱਕ ਥਾਂ ਤੇ ਬਹਿ ਸਕਦੇ ਸੀ। ਉਹ ਕਹਿੰਦੇ ਨਹੀਂ, ਅਸੀਂ ਹੁਣ ਤੱਕ ਮਜਬੂਰੀ 'ਚ ਹੀ ਸੀ, ਹੁਣ ਪਤਾ ਲੱਗਾ ਮਜਬੂਰੀ ਦਾ ਫਾਹਾ ਗਲੋਂ ਲਾ ਕੇ ਨਾ ਸ਼ੌਂਕ ਦੇ ਨਾਲ ਕੰਮ ਕਰਨਾ, ਸ਼ੌਂਕ ਦੇ ਨਾਲ ਸੇਵਾ ਕਰਨੀ, ਸ਼ੌਂਕ ਦੇ ਨਾਲ ਰੱਬੀ ਜਸ ਕਰਨਾ, ਇਹ ਅਸਲੀ ਰੇਖੇ ਵਿੱਚ ਆ। ਹੁਣ ਮੈਂ ਸ਼ੌਂਕ ਦੇ ਨਾਲ ਗੁਰੂ ਦਾ ਜਸ ਕਰਦਾ, ਸ਼ੌਂਕ ਦੇ ਨਾਲ ਮੈਂ ਸੇਵਾ ਕਰਦਾ, ਸ਼ੌਂਕ ਆ ਹੁਣ ਮੈਨੂੰ। ਭਾਈ ਕਨ੍ਹਈਆ ਜੀ ਦੀ ਨਾ ਪਾਣੀ ਪਿਲਾਉਣਾ ਮਜਬੂਰੀ ਨਹੀਂ, ਸ਼ੌਂਕ ਆ ਭਾਈ ਕਨ੍ਹਈਆ ਜੀ ਦੀ। ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ 'ਚ ਆਪਣੇ 2 ਪੁੱਤ ਸ਼ਹੀਦ ਕਰਵਾਏ, ਮਜਬੂਰੀ ਨਹੀਂ, ਸ਼ੌਂਕ ਆ। ਕੋਈ ਗੱਲ ਨਹੀਂ, ਤਾਂ ਕੀ ਹੋ ਗਿਆ, ਤੇਰੇ ਲੇਖੇ ਪੈਣਗੇ ਨਾ। ਇਸ ਕਰਕੇ ਇਵੇਂ ਸਾਨੂੰ ਗੁਰੂ ਸਾਹਿਬ ਨੇ ਦੱਸਤਾ, ਬੰਦਿਆ ਕਿਤੇ ਤੂੰ ਨਾ ਗਧੇ ਵਾਂਗੂ ਮਜਬੂਰੀ ਨਾ ਬਣਾ ਲਈ। ਗਧੇ ਨੂੰ ਕਦੇ ਪੁੱਛ ਕੇ ਦੇਖੀਏ ਬਸ ਵੀ ਤੇਰੇ ਸ਼ੌਂਕ ਆ ਕਿ ਮਜਬੂਰੀ, ਉਹ ਤਾਂ ਕਹਿੰਦਾ ਮਜਬੂਰੀ ਆ ਭਾਈ, ਮਜਬੂਰੀ ਆ ਨਾ, ਵਜਨ ਚੱਕਣਾ ਮਜਬੂਰੀ ਆ। ਪਹਾੜਾਂ ਦੇ ਵਿੱਚ ਤੁਰੇ ਫਿਰਨਾ, ਡੰਡੀਆਂ ਦੇ ਵਿੱਚ ਤੁਰੇ ਫਿਰਨਾ, ਨੀਵੇਂ ਥਾਵਾਂ ਤੇ ਜਾਣਾ, ਉੱਚਿਆਂ ਤੇ ਤਾਣਾ, ਬਸ ਮੇਰੀ ਮਜਬੂਰੀ ਹੈ ਕਹਿੰਦਾ, ਹੋਰ ਕੋਈ ਚੱਕਰ ਨਹੀਂ ਗਾ। ਸਿੱਖਾ ਕਿਤੇ ਸਾਡੀ ਵੀ ਨਾ ਗੁਰਬਾਣੀ ਪੜ੍ਹਨਾ ਮਜਬੂਰੀ ਨਾ ਬਣ ਜਾਏ। ਸੇ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੇ ਸਹਿ ਸੁਪਾਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਕਿਤੇ ਡਿੱਠਾ ਖਜ਼ਾਨਾ ਨਾ ਮਜਬੂਰੀ ਬੋਝ ਨਾ ਬਣ ਜਾਏ। ਬਣਿਆ ਪਿਆ ਸੱਚੀ ਗੱਲ ਆ, ਕਈ ਤਾਂ ਸੁੱਖੇ ਹੁੰਦੇ ਨੇ ਪਾਠ, ਬਣਿਆ ਪਿਆ ਮਜਬੂਰੀ ਬਣੀ ਪਈ ਆ। ਇੱਕ ਮੈਨੂੰ ਪਰਸੋਂ ਟੱਕਰਿਆ ਵੀਰ, ਕਹਿੰਦਾ ਸਾਡੇ ਨਾ 30,000 ਵਾਲਾ ਪਾਠ ਕਰਾਉਣਾ, ਕਹਿੰਦਾ। ਮੈਂ ਕਿਹਾ ਤਾਂ 2500 ਦਿੰਦੇ ਲੋਕ ਔਖੇ ਹੁੰਦੇ ਨੇ, ਤੁਸੀਂ ਵਾਹਵਾ 30,000 ਦੇ ਦੋਗੇ। ਕਹਿੰਦਾ ਅਗਲੇ ਨੇ ਡਰਾਤਾ, ਪਹਿਲਾਂ ਇੱਕ ਮੁੰਡਾ ਮਰ ਗਿਆ, ਕਹਿੰਦਾ ਦੂਜਾ ਵੀ ਮਰ ਸਕਦਾ, ਛੇਤੀ ਛੇਤੀ ਕਰਾ ਲਓ। ਕੀ ਬਣ ਗਈ ਹੁਣ ਦੇਖੋ, ਵਜਨ ਲੱਦਿਆ ਗਿਆ ਨਾ, ਡਰਾਤਾ ਅਗਲੇ ਨੇ, ਡਰਾਇਆ ਗਾ ਨਾ। ਤੇ ਇੱਥੇ ਜੋ ਹੱਕ ਬਣਦਾ ਉਹ ਵੀ ਨਹੀਂ ਮਿਲਦਾ, ਉਹ ਵੀ ਰਹਿ ਜਾਂਦਾ। ਸੋਚਣ ਵਾਲੀ ਗੱਲ ਆ। ਵਾਹਿਗੁਰੂ ਭਲਾ ਕਰੇ। ਮੇਰਾ ਪੱਖ ਪੈਸੇ ਨਾਲ ਮਿਲ ਕੇ ਗੱਲ ਕਰਨਾ ਨਹੀਂ, ਮੇਰਾ ਪੱਖ ਇਹ ਆ ਵੀ ਸਾਡਾ ਜੀਵਨ ਕੈਸਾ ਬਣ ਚੁੱਕਿਆ ਹੈਗਾ। 30-35 ਹਜ਼ਾਰ ਰੁਪਇਆ ਦੇਵਾਂਗੇ ਤਾਂ ਕਿਤੇ ਗੱਲ ਬਣੂਗੀ, ਤਾਂ ਕਿਤੇ ਸਾਡੇ ਘਰ ਦੇ ਵਿੱਚ ਕਹਿੰਦੇ ਸੁੱਖ ਮਿਲ ਸਕਦਾ, ਤਾਂ ਤੰਦਰੁਸਤੀ ਮਿਲ ਸਕਦੀ ਹੈ, ਤਾਂ ਬਿਮਾਰੀ ਕੱਟੀ ਜਾ ਸਕਦੀ ਹੈ। ਨਹੀਂ, ਗੁਰੂ ਨੂੰ ਪੁੱਛ ਤਾਂ ਲਓ ਨਾ, ਉਹ ਬਿਮਾਰੀ ਰੋਜ਼ ਕੱਟਦਾ ਕਿਵੇਂ ਆ। ਆਪਾਂ ਹੁਣੇ ਪੜਾਂਗੇ, ਸੁਬਾਹ ਵੀ ਪੜਿਆਗਾ ਅੰਮ੍ਰਿਤ ਵੇਲੇ ਦੀਆਂ ਬਾਣੀਆਂ 'ਚ, ਦੁੱਖ ਰੋਗ ਸੰਤਾਪ ਉਤਰੇ। ਅੱਗੇ ਕੀ ਲਿਖਿਆਗਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਗਾਓ ਤੇ ਉਹ ਬਾਣੀ ਨੂੰ ਸੁਣੋ, ਤੇ ਸਾਡੇ ਅੰਦਰ ਦੇ ਮਾਨਸਿਕ ਰੋਗ ਸਾਰੇ ਖਤਮ ਹੋ ਜਾਣਗੇ, ਸਰੀਰਕ ਰੋਗ ਖਤਮ ਹੋ ਜਾਣਗੇ। ਸਰੀਰਕ ਰੋਗ ਤੇ ਮਾਨਸਿਕ ਰੋਗ ਖਤਮ ਹੋਣ ਤੋਂ ਭਾਵ ਕੀ ਹੈ, ਰੋਗ ਭਾਵੇਂ ਹੋਵੇ ਬੰਦਾ ਹੌਸਲੇ 'ਚ ਰਹਿੰਦਾ ਹੈਗਾ, ਰੋਗ ਭਾਵੇਂ ਹੋਵੇ, ਤੇ ਜਿਹੜਾ ਟੁੱਟਿਆ ਹੋਇਆ ਨਾ ਉਹਨੂੰ ਭਾਵੇਂ ਰੋਗ ਨਾ ਹੋਵੇ, ਟੁੱਟੇ ਹੋਏ ਨੂੰ ਰੋਗ ਭਾਵੇਂ ਕੋਈ ਨਾ ਹੋਵੇ, ਪਰ ਹੌਸਲੇ 'ਚ ਨਹੀਂ। ਉਹ ਕਿਵੇਂ ਹੈਗਾ, ਉਹ ਢਹਿੰਦੀ ਕਲਾ 'ਚ ਹੈਗਾ। ਚੜ੍ਹਦੀ ਕਲਾ ਦਾ ਪੱਖ ਕੀ ਆ, ਹੌਸਲੇ 'ਚ ਰਹਿਣਾ। ਤੇ ਗੁਰੂ ਦਾ ਸਿੱਖ ਤਾਂ ਹਰ ਵਕਤ ਚੜ੍ਹਦੀ ਕਲਾ 'ਚ ਹੁੰਦਾ ਹੈਗਾ। ਚਲੋ, ਕਹਿਣ ਤੋਂ ਮੁਰਾਦ ਮਜਬੂਰੀ ਨਾ ਬਣੇ ਭਾਈ, ਸਾਡਾ ਸ਼ੌਂਕ ਬਣ ਜਾਵੇ। ਫਿਰ ਤੀਜੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਸਦਾ ਰੰਗ ਰਾਤੇ ਤੇਰੇ ਚਾਏ। ਉਹਨਾਂ ਦੇ ਅੰਦਰ ਤਾਂ ਚਾਹ ਹੀ ਵਾਲਾ ਗਾ, ਜਿਹੜੇ ਤੇਰੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਹਰ ਜੀਓ ਆਪ ਵਸੈ ਮਨ ਆਈ, ਆਪੇ ਸੋਭਾ ਸਦਾ ਹੀ ਪਾਏ, ਗੁਰਮੁਖ ਮਿਲੈ ਮੇਲ ਮਲਾਈ। ਵਾਹਿਗੁਰੂ ਜੀ, ਮੈਂ ਤੇਰੀ ਸੋਭਾ ਕਰਦਿਆਂ ਸੱਚਮੁੱਚ ਤੇਰੇ ਵਿੱਚ ਮਿਲ ਗਿਆ, ਸੱਚਮੁੱਚ ਤੇਰੇ ਵਿੱਚ ਮਿਕਸ ਹੋ ਗਿਆ। ਕਿਵੇਂ ਹੋਇਆ, ਉਹ ਕੱਲ ਸਾਨੂੰ ਦੱਸਿਆ ਸੀ ਗੁਰੂ ਸਾਹਿਬ ਨੇ, ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੀ ਸਮਾਨਾ। ਜਿਹਨੂੰ ਗੁਰੂ ਦੀ ਮੱਤ ਆ ਜਾਂਦੀ ਆ, ਉਹ ਗੁਰੂ ਦੀ ਮੱਤ ਲੈ ਕੇ ਗੁਰੂ ਵਿੱਚ ਲੀਨ ਹੋ ਜਾਂਦਾ ਹੈ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ। ਜਦੋਂ ਅੰਦਰ ਸ਼ਬਦ ਚਲਾ ਗਿਆ ਨਾ, ਫਿਰ ਮਿਟਿਆ ਕੀ, ਅਗਿਆਨ ਅੰਧੇਰਾ। ਅੰਦਰ ਸ਼ਬਦ ਦਾ ਦੀਵਾ ਵਲਣ ਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਕੀ ਸੱਚੀ ਗੱਲ ਹੈ ਇਹ?
ਕਿਉਂਕਿ ਕੱਲੀ ਜੇ ਆਪਾਂ ਹੁਣ ਆ ਗੁਰਮਤ ਦੀ ਕਲਾਸ ਹੀ ਮੰਨੋ, ਇੱਕ ਸਾਡੀ ਕਲਾਸ ਆ ਗਈ ਇਹਦੇ ਵਿੱਚ ਬੈਠੇ ਆ ਨਾ, ਇਹਦੇ ਵਿੱਚ ਆਪਾਂ ਕੱਲੀ ਮੰਨ ਲਓ ਵੀ ਆਪਾਂ 1 ਘੰਟੇ 'ਚ ਇੱਕੋ ਹੀ ਸ਼ਬਦ ਪੜ੍ਹਿਆ, ਕੋਈ ਬਾਹਲਾ ਨਹੀਂ ਪਾਠ ਪੜ੍ਹਿਆਗਾ, 1 ਘੰਟੇ 'ਚ ਇੱਕੋ ਹੀ ਸ਼ਬਦ ਆ। ਤੇ ਨਹੀਂ ਉੱਦਾਂ ਨਾ ਜਿਹੜੀ ਗ੍ਰੰਥਾਂ ਦੀ ਸਾਡੀ ਰਿਪੀਟ ਆ ਜਿਹੜੀ 1 ਘੰਟੇ 'ਚ 100 ਅੰਗ ਵੀ ਪੜ੍ਹ ਦਾਂਗੇ। ਮੰਨ ਲਓ ਆਪਾਂ ਆਮ ਹੀ ਕਹਿ ਦਿੰਦੇ ਆਪ ਮਤੇ ਜੇ ਬਹਿ ਗਏ ਨਾ 1 ਘੰਟੇ 'ਚ 100 ਵੀ ਪੜ੍ਹ ਦਾਂਗੇ, ਟੱਪ ਵੀ ਸਕਦਾ ਤੇ 80-90 ਵੀ ਹੋ ਸਕਦੇ ਨੇ। ਤੇ ਕਿੱਥੇ 1 ਘੰਟੇ 'ਚ ਇੱਕੋ ਹੀ, ਇਹ ਕਿਉਂ? ਕਿਉਂਕਿ ਇਹ ਹੁਣ ਸਵਾਦ ਲੈ ਕੇ ਪੜ੍ਹ ਰਹੇ ਅਸੀਂ, ਰਸ ਲੈ ਕੇ ਪੜ੍ਹ ਰਹੇ ਹਾਂਗੇ, ਇੱਥੇ ਟਾਈਮ ਲੱਗਣਾ ਸੁਭਾਵਿਕ ਆ। ਹੁਣ ਇੱਥੇ ਗੁਰੂ ਸਾਹਿਬ ਨੇ ਕੀ ਕਿਹਾ ਵੀ ਕੱਲੀ ਗੱਲ ਤੇ ਤੂੰ ਥੋੜਾ ਜਿਹਾ ਧਿਆਨ ਇਕਾਗਰ ਕਰ। ਉਹ ਕਿਵੇਂ ਕਿਹਾਗਾ? ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ। ਅੰਦਰ ਨਾ ਇੱਕ ਸ਼ਬਦ ਟਿਕਣ ਦੇ ਨਾਲ ਹੀ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ। ਇੱਕ ਸ਼ਬਦ ਵੀ ਬਾਹਲਾ ਗਾ। ਸੁਖਮਨੀ ਸਾਹਿਬ ਜੀ ਤਾਂ ਕਿਣਕੇ ਹੀ ਲਿਖਿਆ, ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਚਲੋ ਇੱਥੇ ਪਾਤਸ਼ਾਹ ਜੀ ਕਹਿੰਦੇ ਫਿਰ ਅਗਿਆਨਤਾ ਦਾ ਹਨੇਰਾ ਨਾ ਭਾਈ, ਗੁਰੂ ਦੀ ਸ਼ਬਦ ਰੂਪੀ ਜੋਤ ਚੱਲਣ ਦੇ ਨਾਲ ਅੰਦਰੋਂ ਖਤਮ ਹੋ ਜਾਊਗਾ। ਤੇ ਇਹ ਅਗਿਆਨਤਾ ਦਾ ਹਨੇਰਾ ਦੁਨੀਆ ਦੀਆਂ ਕਿਤਾਬਾਂ ਪੜ੍ਹ ਕੇ ਨਹੀਂ ਦੂਰ ਹੋਵੇਗਾ, ਗੁਰਮਤ ਦਾ ਦੀਵਾ ਬਾਲ ਕੇ ਹੀ ਦੂਰ ਹੋ ਸਕਦਾ ਹੈ। ਇਹਦੇ ਤੇ ਆਪਾਂ ਰੁਕ ਕੇ ਖੜ ਕੇ ਫਿਰ ਦੇਖਣਾਗਾ ਵੀ ਕੀ ਗੱਲ ਸੱਚੀ ਆ ਜਾਂ ਝੂਠੀ ਆ। ਪਰ ਅੱਜ ਸਾਡੇ ਅੰਦਰੋਂ ਅਗਿਆਨਤਾ ਦਾ ਦੀਵਾ ਜਿਹੜਾ ਹੈ, ਵਾਹਿਗੁਰੂ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਉਹ ਖਤਮ ਨਹੀਂ ਹੋਇਆਗਾ। ਇਹ ਸਾਨੂੰ ਸਾਰਿਆਂ ਨੂੰ ਗੱਲ ਵੇਖਣੀ ਪਊਗੀ। ਅਗਿਆਨਤਾ ਸਾਡੇ ਪੱਲੇ ਬਹੁਤ ਜ਼ਿਆਦਾ ਹੈ। ਅਸੀਂ ਵੀ ਸ਼ੱਕ ਪੜ੍ਹੇ ਲਿਖੇ ਹਾਂ, ਅਪਗ੍ਰੇਡ ਹੋ ਚੁੱਕੇ ਹਾਂ, ਬਹੁਤ ਅੱਗੇ ਲੰਘ ਚੁੱਕੇ ਹਾਂ। ਅਸੀਂ ਆਪਣੇ ਆਪ ਨੂੰ ਨਵੇਂ ਮਾਡਰਨ ਦੇ, ਨਵੇਂ ਜ਼ਮਾਨੇ ਦੇ ਕਹਿੰਦੇ ਹਾਂ, ਤੇ ਪਰ ਚੇਤਾ ਰੱਖਿਓ ਹਾਂ ਅਸੀਂ ਅਗਿਆਨਤਾ ਦੇ ਹਨੇਰੇ 'ਚ ਆਪਣੇ ਆਪ ਨੂੰ ਅਸੀਂ ਅਗਾਂਹ ਵਧੂ ਸੋਚ ਵਾਲੇ ਕਹਿੰਦੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੈਂ ਵੀ ਕਹਿਣਾਗਾ, ਤੁਸੀਂ ਵੀ ਕਹਿਣੋ, ਆਪਾਂ ਸਾਰੇ ਭੈਣ ਭਰਾ ਬੈਠੇ ਆਂਗੇ, ਕਿਉਂਕਿ ਭੈਣ ਭਰਾ ਹੋਣ ਦੇ ਨਾਤੇ ਗੱਲ ਕਰਦੇ ਆ, ਨਹੀਂ ਤਾਂ ਗੱਲ ਹੁੰਦੀ ਨਹੀਂ। ਇਹ ਕਹਿੰਦੇ ਆ ਨਾ ਆਪਾਂ, ਚਲੋ ਕੋਈ ਬੰਦਾ ਨੇ ਇੱਕ ਉਦਾਹਰਨ ਦਿੰਦਾ ਹੁੰਦਾ, ਬਹੁਤ ਬੁੱਧੀਜੀਵ ਚੰਗਾ ਬੰਦਾ ਗਾ, ਉਹਨੇ ਆਪਣੀ ਬੁੱਕ ਦੇ ਵਿੱਚ ਲਿਖਿਆ ਵੀ ਆ, ਤੇ ਤੁਹਾਡਾ ਤਜਰਬਾ, ਵੈਸੇ ਮੇਰਾ ਨਹੀਂ ਤਜਰਬਾ ਹੈ, ਤੁਸੀਂ ਇਹ ਗੱਲ ਵੇਖੀ ਨੋਟ ਕੀਤੀ ਹੋਣੀ ਆ। ਕਹਿੰਦੇ ਲੋਕਾਂ ਦੀ ਅੱਜ ਸੋਚ ਆ, ਕਹਿੰਦੇ ਜੀ ਅਸੀਂ ਮਾਡਰਨ ਜ਼ਮਾਨੇ ਦੇ ਵਿੱਚ ਕਹਿੰਦੇ ਅੱਗੇ ਲੰਘੇ, ਹੁਣ ਤਾਂ ਬਾਣੀ ਪੜ੍ਹਨੀ, ਬਾਣੀ ਸੁਣਨੀ, ਬਾਣੀ ਦੀ ਵਿਚਾਰ ਕਰਨੀ, ਗੁਰਦੁਆਰੇ ਜਾਣਾ, ਸੇਵਾ ਕਰਨੀ, ਇਹ ਤਾਂ ਪੁਰਾਣੀਆਂ ਜਿਹੀਆਂ ਗੱਲਾਂ ਨੇ, ਇਹ ਥੋੜ੍ਹੀ ਹੁੰਦੀਆਂ ਨੇ। ਅੱਜ ਤਾਂ ਅਸੀਂ ਬਹੁਤ ਗਾਹਾਂ ਲੰਘੇ। ਅੱਛਾ, ਉਹ ਵਿਅਕਤੀ ਕਹਿੰਦਾ ਜਦੋਂ ਮੈਂ ਆਹ ਗੱਲ ਸੁਣੀ ਤੇ ਆਹ ਗੱਲ ਵੇਖੀ ਨਾ, ਵੀ ਕਮਾਲ ਦੀ ਗੱਲ ਆ ਯਾਰ, ਬੰਦਾ ਗੁਰਬਾਣੀ ਨੂੰ ਤੇ ਭਾਵ ਕਿੰਤੂ ਪਰੰਤੂ ਕਰਨ ਲੱਗ ਗਿਆ, ਵੀ ਬਹੁਤ ਅੱਗੇ ਦੀ ਗੱਲ ਆ ਗਈ, ਮੈਂ ਤਾਂ ਬਹੁਤ ਗਾਹਾਂ ਲੰਘ ਗਿਆ, ਅਪਗ੍ਰੇਡ ਹੋ ਗਿਆ ਮੈਂ ਤਾਂ, ਹੁਣ ਇਹ ਤਾਂ ਬਹੁਤ ਪਿੱਛੇ ਗੱਲ ਰਹਿ ਗਈ। ਉਹ ਕਹਿੰਦਾ ਫਿਰ ਮੇਰੇ ਦਿਮਾਗ 'ਚ ਖਿਆਲ ਆਇਆ, ਉਹ ਬੰਦੇ ਦੀ ਉਮਰ ਹੈਗੀ ਹੈ 70-72 ਸਾਲ ਦੀ, ਉਹਦਾ ਤਜਰਬਾ ਹੋ, ਉਹਨੇ ਕੰਮ ਕੀਤਾ ਵੀ ਹੋਣਾ, ਕਿਉਂਕਿ ਜਿਹੜਾ ਬੰਦੇ ਨੇ ਕੰਮ ਕੀਤਾ ਹੋਵੇ ਨਾ, ਉਹ ਕਰੇ ਹੋਏ ਕੰਮ 'ਚੋਂ ਤਜਰਬਾ ਆਉਂਦਾ, ਐਕਸਪੀਰੀਅੰਸ ਮਿਲਦਾ ਉਹਨੂੰ। ਹੁਣ ਕਹਿੰਦਾ ਦੇਖਿਆ ਕੀ, ਕਹਿੰਦਾ ਮੈਂ ਕਹਿੰਦਾ ਇੱਕ ਗੱਲ ਦੇਖੀ ਵੀ ਆਪਣੇ ਨਾ ਕੁਝ ਟਾਈਮ ਪਹਿਲਾਂ, ਹੁਣ ਵੀ ਕਿਤੇ ਕੁਝ ਟਾਈਮ ਪਹਿਲਾਂ ਬੱਗ ਹੁੰਦੇ ਪਿੰਡਾਂ 'ਚ, ਉਹ ਬੱਗ ਦੇ ਵਿੱਚ ਗਾਈਆਂ ਦੇ ਵਿੱਚ ਜਿਹੜੀ ਗਾਂ ਲਵੇਰੀ ਹੁੰਦੀ ਹੈ, ਲਵੇਰਾ ਪਸ਼ੂ ਹੁੰਦਾ, ਦੁਧਾਰੂ ਪਸ਼ੂ ਹੁੰਦਾ, ਉਹ ਸਹਿਜ ਅਵਸਥਾ ਦੇ ਵਿੱਚ ਹੁੰਦਾ, ਟਿਕਾ ਦੇ ਵਿੱਚ ਹੁੰਦਾ ਗਾ, ਤੇ ਉਹਦੀ ਚਾਲ ਵੀ ਧੀਮੀ ਹੁੰਦੀ ਆ, ਉਹ ਵਿਚਾਲੇ ਜੇ ਪਿੱਛੇ ਜੇ ਰਹਿੰਦਾ ਗਾ। ਉਹ ਕਹਿੰਦਾ ਮੈਂ ਜਦੋਂ ਅੰਕੜੇ ਕੱਢੇ ਨਾ, ਫਿਰ ਅੱਗੇ ਜਾ ਕੇ ਕੀ ਵੇਖਿਆ ਵੀ ਜਿਹੜੀ ਸਾਰਿਆਂ ਨਾਲੋਂ ਮੂਹਰੇ ਗਾਂ ਗਈ ਉਹ ਕੌਣ ਆ। ਕਹਿੰਦਾ ਜਦੋਂ ਮੈਂ ਵੇਖਿਆ, ਇਹ ਤੁਸੀਂ ਦੇਖਿਆ ਹੋਣਾ, ਸਤਿਕਾਰਯੋਗ ਬਾਬੇ ਬੈਠੇ ਨੇ, ਬਜ਼ੁਰਗ ਬੈਠੇ ਆ, ਉਹਨਾਂ ਨੇ ਇਹ ਚੀਜ਼ ਦੇ ਨੋਟ ਕੀਤਾ ਹੋਣਾ। ਕਹਿੰਦਾ ਜਿਹੜੀ ਸਾਰਿਆਂ ਨੂੰ ਮੂਹਰੇ ਗਾਂ ਹੁੰਦੀ ਆ ਨਾ ਉਹ ਦੁੱਧ ਦੇਣ ਵਾਲਿਆਂ 'ਚ ਹੁੰਦੀ ਆ, ਨਾ ਉਹ ਕਿਸੇ ਹੋਰ ਕੰਮ ਵਾਲਾ 'ਚ ਹੁੰਦੀ ਹੈ, ਕਿਸੇ ਕੰਮ 'ਚ ਵੀ ਨਹੀਂ ਆਉਂਦੀ ਉਹ, ਤੇ ਉਹ ਗਾਂ ਨੂੰ ਆਪਾਂ ਹੀ ਕਹਿ ਦਿੰਦੇ ਆ, ਉਹ ਪਸ਼ੂ ਨੂੰ ਕਹਿ ਦਿੰਦੇ ਆ ਫੰਡਰ। ਤੇ ਚੇਤਾ ਰੱਖਿਓ ਅੱਜ ਦੇ ਲੋਕ ਜਿਹੜੇ ਕਹਿੰਦੇ ਨੇ ਵੀ ਆਹ ਤਾਂ ਪੁਰਾਣੀਆਂ ਹੀ ਗੱਲਾਂ, ਇਹਨਾਂ ਤੋਂ ਅਸੀਂ ਕੀ ਲੈਣਾਗਾ, ਫਿਰ ਉਹ ਲੋਕ ਕੀ ਨੇਗੇ ਜਿਹੜੇ ਕਹਿੰਦੇ ਸੀ ਮਾਡਰਨ ਜ਼ਮਾਨੇ 'ਚ ਅਗਾਂਹ ਵਧੂ ਸੋਚਦੇ ਸੀ, ਅੱਗੇ ਲੰਘੇ, ਮੂਹਰੇ ਲੰਘੇ। ਮੂਹਰੇ ਲੰਘਣ ਵਾਲਾ ਕੌਣ ਹੁੰਦਾ ਗਾ? ਫਿਰ ਫੰਡਰ ਹੀ ਹੁੰਦੇ ਨੇ ਭਾਈ।
ਗੁਰੂ ਸਾਹਿਬ ਨੇ ਇਹ ਉਦਾਹਰਨ ਸਾਨੂੰ ਦੇ ਕੇ ਸਮਝਾਇਆ, ਕਿਤੇ ਸਾਡੇ ਜੀਵਨ 'ਚ ਇਦਾਂ ਦਾ ਸਾਡੇ ਨਾਲ ਲੋਕ ਗੁਣ ਲੱਗ ਜੇ ਅਸੀਂ ਦੁਧਾਰੂਆਂ 'ਚ ਨਾ ਆਈਏ। ਵਾਹਿਗੁਰੂ ਭਲਾ ਕਰੇ। ਦੁਧਾਰੂ ਮੀਨਜ਼ ਗੁਣਾ ਵਾਲਿਆਂ 'ਚ ਨਾ ਆਈਏ, ਸਾਡਾ ਗੁਣਾ ਵਾਲਿਆਂ 'ਚ ਨਾ ਆ ਜੇ, ਫਿਰ ਅਸੀਂ ਸ਼ਾਬਾਸ਼ੀ ਦੇ ਪਾਤਰ ਬਣ ਸਕਦੇ ਹਾਂ। ਤਾਈਓ ਗੁਰੂ ਸਾਹਿਬ ਨੇ ਕਿਹਾ ਗੁਰਮਤ ਦੇ ਦੀਵੇ ਨੂੰ ਆਪਣੇ ਅੰਦਰ ਬਾਲ, ਪਰ ਇਹ ਦੀਵਾ ਕੋਈ ਬਾਲਣਾ ਨਹੀਂ ਚਾਹੁੰਦਾ। ਜੇ ਕੋਈ ਬਾਲਣ ਦੀ ਗੱਲ ਕਰਦਾ ਤਾਂ ਉਹਦੇ ਪ੍ਰਥਾ ਇਹ ਕਹਿੰਦੇ ਆ ਉਹ ਤਾਂ ਪਿੱਛੇ ਦੀਆਂ ਗੱਲਾਂ ਰਹਿ ਗਈਆਂ, ਛੱਡੋ ਬਸ ਆਪਾਂ ਆਪਣੀ ਫਾਰਮੈਲਿਟੀ ਪੂਰੀ ਕਰੋ। ਹੁਣ ਤਾਂ ਅੱਗੇ ਦੀਆਂ ਗੱਲਾਂ ਨੇ, ਇਸ ਤਾਂ ਅੱਗੇ ਲੰਘੇ, ਅਗਾਂਹ ਵਧੂ ਜਵਾਨੇ 'ਚ, ਇਸ ਤਾਂ ਅਗਾਂਹ ਵਧੂ। ਬਸ ਬਾਗ ਦੇ ਵਿੱਚ ਦੇਖ ਲਓ ਕੌਣ ਹੁੰਦਾ, ਬਸ ਇੱਕ ਫੰਡਰ ਪਸ਼ੂ ਹੁੰਦਾ ਗਾ, ਉਹਦੇ ਵਰਗੇ ਨਾ ਬਣੀਏ। ਫਿਰ ਲਾਸਟ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਤਿਗੁਰ ਗਿਆਨ ਮਿਲਿਆ ਮੇਰਾ ਪ੍ਰੀਤਮ, ਮੈਨੂੰ ਗੁਰੂ ਨਾ ਗਿਆਨ ਦੇ ਰੂਪ 'ਚ ਪ੍ਰੀਤਮ ਰੱਬ ਜੀ ਮਿਲ ਪਿਆ। ਮੈਨੂੰ ਮੇਰਾ ਗੁਰੂ ਨਾ ਰੱਬ ਜੀ ਪਰਮਾਤਮਾ ਜੀ ਗਿਆਨ ਦੇ ਰੂਪ 'ਚ ਮਿਲ ਗਿਆ। ਸੱਚੀ ਗੱਲ ਆ, ਜਿਨ੍ਹਾਂ ਨੂੰ ਫਿਰ ਸ਼ੁੱਧ ਗਿਆਨ ਮਿਲ ਜਾਵੇ ਨਾ ਉਹਨਾਂ ਨੂੰ ਰੱਬ ਮਿਲ ਜਾਂਦਾ। ਸ਼ੁੱਧ ਗਿਆਨ, ਗਿਆਨ ਦੁਨੀਆ 'ਚ ਬਹੁਤ ਹੈਗਾ, ਪਰ ਸ਼ੁੱਧ ਗਿਆਨ ਮਿਲ ਜਾਵੇ ਉਹਨਾਂ ਨੂੰ ਕੀ ਮਿਲ ਜਾਂਦਾ? ਵਾਹਿਗੁਰੂ ਪਰਮਾਤਮਾ ਗੁਰੂ ਮਿਲਾਪ ਹੋ ਜਾਂਦਾ ਹੈਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜੋ ਸੱਚ ਰਾਤੇ ਤਿੰਨ ਬਹੁਰ ਨਾ ਫੇਰਾ, ਜਿਹੜੇ ਸੱਚ ਦੇ ਮੁਰੀਦ ਬਣ ਜਾਂਦੇ ਨੇ ਉਹਨਾਂ ਦਾ ਭਟਕਣਾ ਫੇਰਾ ਗੇੜਾ ਮੁੱਕ ਜਾਂਦਾ, ਆਵਣ ਜਾਣ ਦਾ ਚੱਕਰ ਉਹਨਾਂ ਦਾ ਮੁੱਕ ਜਾਂਦਾ। ਨਾਨਕ ਨਾਮ ਦ੍ਰਿੜਾਏ ਗੁਰ ਮੇਰਾ, ਮੇਰੇ ਮਾਲਕ ਨੇ ਮੈਨੂੰ ਨਾਮ ਦਾ ਦਾਨ ਦੇ ਕੇ ਨਾ, ਨਾਮ ਦੀ ਦਾਤ ਦੇ ਕੇ ਦ੍ਰਿੜ ਕਰਵਾ ਦਿੱਤੀ। ਹੁਣ ਕਿਤੇ ਜਾਈ ਨਾ, ਇੰਨੀ ਕੁ ਦ੍ਰਿੜ ਹੋ ਗਈ, ਮਤਲਬ ਕਿ ਮੇਰਾ ਇਰਾਦਾ ਮੇਰਾ ਮਨ ਇੰਨਾ ਕੁ ਦ੍ਰਿੜ ਹੋ ਗਿਆ, ਹੁਣ ਮੈਂ ਕਿਤੇ ਹੋਰ ਨਹੀਂ ਜਾਵਾਂਗਾ। ਬਸ ਸਾਰੀਆਂ ਭਾਵਨਾਵਾਂ, ਸਾਰੇ ਅੰਦਰ ਦੇ ਭਾਵ ਜਿਹੜੇ ਖਿਆਲ ਸੀ ਉਹ ਕੱਟ ਕੇ ਇੱਕ ਨਾਲ ਜੁੜ ਗਿਆ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਪਾਸੋਂ ਮੰਗੀ ਹੈ, ਹਰ ਇੱਕ ਤੋਂ ਹੀ ਮੰਗਣਾਗਾ। ਨਹੀਂ ਲਾਜ ਮਰਾਈ ਹੈ ਤੇ ਨਹੀਂ ਸਾਨੂੰ ਸੰਗ ਦੇ ਨਾਲ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ ਤੇ ਦੂਜੇ ਕੋਲੇ ਕਦੇ ਵੀ ਨਹੀਂ ਜਾਣਾ ਚਾਹੀਦਾ। ਸੋ ਇਥੋਂ ਤੱਕ ਵਿਚਾਰ ਸੰਪੂਰਨ। ਭੁੱਲਾਂ ਦੀ ਖਿਮਾ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।